ਉਹ ਲਿਸਟ ਵਿੱਚੋਂ ਨਾਮ ਹੀ ਗਾਇਬ ਆ, ਟਿਕਟ ਕੱਟ ਦਿੱਤੀ ਆ, ਤਾਂ ਲੱਗਦਾ ਕਿ ਮੈਨੂੰ ਤਾਂ ਦੁੱਖ ਹੁੰਦਾ। ਉਹਨਾਂ ਦੇ ਟਾਈਮ ਮੇਰਾ ਬੇਟਾ ਮਹਿਜ਼ 2.5-3 ਸਾਲ ਦਾ ਸੀਗਾ, ਉਸ ਨੂੰ ਛੱਡ ਕੇ ਅਸੀਂ ਬਹੁਤ ਦੁਖਦਾਈ ਆ। ਜਿੰਨੀ ਵਾਰ ਸਨਾਮ ਚ ਭੀੜ ਪਈ ਹੈ, ਭਾਵੇਂ ਫਤਿਹਵੀਰ ਦਾ ਟਾਈਮ ਸੀਗਾ, ਲੌਂਗੋਵਾਲ ਦਾ ਬੱਸ ਹਾਦਸਾ ਸੀਗਾ, ਹਰ ਥਾਂ ਤੇ ਮੋਹਰੇ ਹੋ ਕੇ ਲੜਾਈ ਲੜੀ ਹੈ। ਇਹ ਵੀ ਮੈਂ ਹੁਣ ਤੁਹਾਡੀਆਂ ਗੱਲਾਂ ਕਰਕੇ ਭਾਵੁਕ ਹੋ ਗਈ। ਕੁਛ ਨਹੀਂ ਹੁੰਦਾ, ਇਹ ਚੀਜ਼ਾਂ ਕਿਸਮਤ ਦਾ ਖੇਲ ਹੈ ਜੀ, ਔਰ ਡਟ ਕੇ ਇਸ ਦਾ ਪੂਰੇ ਹੌਸਲੇ ਨਾਲ ਇਸ ਸਿਚੁਏਸ਼ਨ ਦਾ ਵੀ ਸਾਹਮਣਾ ਕਰਾਂਗੇ। ਅਸੀਂ ਪਬਲਿਕ ਮੀਟਿੰਗ ਕੀਤੀ ਸੀ, ਹਰ ਵਿਅਕਤੀ ਦੀਆਂ ਅੱਖਾਂ ਨਮ ਸੀਗੀਆਂ, ਹਰ ਵਿਅਕਤੀ ਇਸ ਚੀਜ਼ ਤੇ, ਕਿਉਂਕਿ ਦੇਖੋ ਪਿਛਲੀ ਵਾਰ ਮੈਨੂੰ ਟਿਕਟ ਦਿੱਤੀ ਸੀ ਰਾਹੁਲ ਗਾਂਧੀ ਜੀ ਨੇ, ਔਰ ਕਹਿ ਕੇ ਦਿੱਤੀ ਸੀ ਕਿ ਸੀ ਕੈਟੇਗਰੀ ਸੀਟ ਹੈ, ਆਪਾਂ ਇਹ ਸੀਟ ਨਹੀਂ ਜਿੱਤ ਰਹੇ, ਕਿਸੇ ਨੂੰ ਆਪਣਾ ਹਲਕਾ ਛੱਡ ਕੇ ਭੱਜਣ ਨਹੀਂ ਦਊਂਗਾ। ਅੱਜ ਉਹੀ ਬੰਦਾ ਆਪਣੇ ਦਿੱਤੇ ਬਿਆਨਾਂ 'ਚ, ਔਰ ਬਿਆਨ ਵੀ ਕੋਈ ਬਹੁਤ ਪੁਰਾਣੇ ਨਹੀਂ, 2-3 ਦਿਨ ਪੁਰਾਣੇ ਬਿਆਨ ਨੇ, ਉਹਨਾਂ ਤੋਂ ਹੀ ਬੈਕ ਟਰੈਕ ਕਰ ਗਿਆ। ਲੀਡਰ ਤੁਹਾਨੂੰ ਲੋਕ ਬਣਾਉਂਦੇ ਨੇ, ਅਕਾਲ ਪੁਰਖ ਬਣਾਉਂਦਾ ਹੈ, ਪਾਰਟੀਆਂ ਪਾਰਟੀ ਦੀਆਂ ਟਿਕਟਾਂ ਨਹੀਂ ਬਣਾਉਣੀਆਂ। ਤਾਂ ਫਿਰ ਇਹਨਾਂ ਨੂੰ ਇਹੋ ਜਿਹੀ ਲੀਵਰੇਜ ਕਿਉਂ ਦਿੱਤੀ ਗਈ? ਸਿਰਫ ਇਸ ਕਰਕੇ ਕਿ ਉਹ ਆਪਣੇ ਭਤੀਜੇ ਸਮਿਤ ਸਿੰਘ ਨੂੰ ਅਮਰਗੜ੍ਹ ਐਡਜਸਟ ਕਰਨਾ ਚਾਹੁੰਦੇ ਸੀ। ਇਹ ਨਾਰਾਜ਼ ਨਾ ਹੋਣ, ਇਹ ਉੱਥੇ ਉਹਦੀ ਮੁਖਾਲਫਤ ਨਾ ਕਰਨ ਤੇ ਉਹਨਾਂ ਨੂੰ ਸੁਨਾਮ ਲਿਆ ਕੇ ਐਡਜਸਟ ਕਰ ਦਿੱਤਾ। ਜਿਵੇਂ ਸਿੱਧੂ ਸਾਹਿਬ ਕਹਿੰਦੇ ਆ, ਸਹੀ ਕਹਿੰਦੇ ਆ, ਕਾਂਗਰਸ ਦੀ ਸਭ ਤੋਂ ਵੱਡੀ ਦੁਸ਼ਮਣ ਆਪ ਕਾਂਗਰਸ ਹੀ ਹੈ। ਟਿਕਟ ਕੱਟੇ ਜਾਣ ਤੋਂ ਹੀ ਇਹ ਭਣਕ ਪੈਂਦੀ ਹੈ ਜਾਂ ਪਹਿਲਾਂ ਹੀ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਅਜਿਹਾ ਹੋ ਸਕਦਾ ਆ? ਸੀਨੀਅਰ ਲੀਡਰਸ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਈ ਸਾਡੀ ਹਾਈ ਕਮਾਂਡ, ਔਰ ਉਹਨਾਂ ਦੀਆਂ ਦਿਖਾਈਆਂ ਅੱਖਾਂ ਤੋਂ ਡਰ ਗਈ, ਉਹਨਾਂ ਦੀਆਂ ਦਿੱਤੀਆਂ ਧਮਕੀਆਂ ਤੋਂ ਡਰ ਗਈ, ਔਰ ਉਹਨਾਂ ਨੂੰ ਇਹ ਫੈਸਲਾ ਲਿਆ। ਮੈਂ ਇਸ ਕਰਕੇ ਕੈਪਟਨ ਸਾਹਿਬ ਦੇ ਹੋਰਡਿੰਗ ਲਗਾਏ ਸੀ, ਕੋਈ ਚਹੇਤੇ ਹੋਣ ਕਰਕੇ ਨਹੀਂ, ਪਰ ਜੇ ਉਸ ਚੀਜ਼ ਦੀ ਕੋਈ ਤਕਲੀਫ ਮੰਨੀ ਬੈਠਾ ਤਾਂ ਉਹ ਮੇਰੀ ਪ੍ਰੋਬਲਮ ਨਹੀਂ ਹੈ। ਸਵਾਗਤ ਹੈ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀਵਾਲਾ। ਦੱਸ ਦਈਏ ਕਿ ਲਗਾਤਾਰ ਅਲੱਗ-ਅਲੱਗ ਪਾਰਟੀਆਂ ਵੱਲੋਂ ਉਮੀਦਵਾਰਾਂ ਦੀਆਂ ਜਿਹੜੀਆਂ ਲਿਸਟਾਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ। ਜੇਕਰ ਤਾਜ਼ਾ ਲਿਸਟ ਜਾਰੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਆਪਣੇ 23 ਉਮੀਦਵਾਰਾਂ ਦੀ ਲਿਸਟ ਜਿਹੜੀ ਹੈਗੀ ਆ ਉਹ ਵੀ ਜਾਰੀ ਕਰ ਦਿੱਤੀ ਗਈ ਆ, ਪਰ ਉਸ ਦੇ ਵਿੱਚ ਕਈ ਸੀਟਾਂ ਅਜਿਹੀਆਂ ਨੇ ਜਿਨ੍ਹਾਂ ਸੀਟਾਂ ਤੇ ਇਹ ਸ਼ੱਕ ਵੀ ਨਹੀਂ ਜ਼ਾਹਰ ਕੀਤਾ ਜਾ ਸਕਦਾ ਸੀ ਕਿ ਉੱਥੋਂ ਟਿਕਟ ਜਿਹੜੀ ਹੈਗੀ ਆ ਉਹ ਸੰਭਾਵੀ ਉਮੀਦਵਾਰ ਦੀ ਘਟ ਜਾਵੇਗੀ। ਪਰ ਅਸੀਂ ਪਹੁੰਚੇ ਹਲਕਾ ਸੁਨਾਮ ਊਧਮ ਸਿੰਘ ਵਾਲਾ, ਉਹ ਸ਼ਹਿਰ ਉਹ ਹਲਕਾ ਜਿਸ ਨੂੰ ਹਰ ਕੋਈ ਜਾਣਦਾ, ਪਰ ਉੱਥੇ ਕੀਤੇ ਗਏ ਕੰਮਾਂ ਨੂੰ ਵੀ ਹਰ ਇੱਕ ਜਾਣਦਾ, ਕਿਉਂਕਿ ਦਾਮਨ ਬਾਜਵਾ ਤੇ ਉਹਨਾਂ ਦੇ ਪਤੀ ਨੇ ਦਿਨ ਰਾਤ ਜੋ ਮਿਹਨਤ ਕੀਤੀ ਹੈ, ਜੋ ਵੱਡੇ ਗੰਦਗੀ ਦੇ ਅੰਬਾਰ ਲੱਗੇ ਹੋਏ ਸਾਫ਼ ਕੀਤੇ ਆ, ਜੋ ਗਰਾਊਂਡ ਜ਼ੀਰੋ ਤੋਂ ਆ ਕੇ ਮਿਹਨਤ ਕੀਤੀ ਆ, ਪਾਰਟੀ ਦੇ ਲਈ ਮਿਹਨਤ ਕੀਤੀ ਆ, तो उसकी टिकट आखिरकार क्यों कट दी है? हाई कमान कांग्रेस ने आखिरकार किहड़ी अजिही वजह सी जिस दे चलदे एडा वड्डा खमियाजा जिहड़ा दामन बाजवा ते उन्हां दे पति नूं भुगतना पै रिहा, इस नूं लैके गलबात कर लैंदे हां। साडे नाल मौजूद ने दामन बाजवा जी। सर पहला तो स्वागत है तुहाडा जी। थैंक यू जी, धन्नवाद ਤੁਹਾਨੂੰ ਵੀ ਔਰ ਤੁਹਾਡੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ। ਸਿੱਧੂ ਜੀ ਦੀ ਗੱਲ ਕਰ ਰਹੀ ਹਾਂ, ਮੇਰੇ ਸਾਡੇ ਪਾਰਟੀ ਦੇ ਪ੍ਰਧਾਨ ਨੇ ਔਰ ਬਹੁਤ ਸਤਿਕਾਰਤ ਸਾਡੇ ਲੀਡਰ ਸੀਗੇ, ਔਰ ਸਾਨੂੰ ਵੀ ਉਹਨਾਂ ਤੋਂ ਬਹੁਤ ਵੱਡੀਆਂ ਆਸਾਂ ਸੀਗੀਆਂ, ਔਰ ਕਦੀ ਨਹੀਂ ਸੀ ਸੋਚਿਆ ਕਿ ਉਹ ਜਿਸ ਤਰੀਕੇ ਉਹ ਆਪਣੇ ਆਪ ਨੂੰ ਪੋਰਟਰੇ ਕਰਦੇ ਨੇ, ਜਿਸ ਤਰੀਕੇ ਉਹਨਾਂ ਨੇ ਪੰਜਾਬ ਦੀ ਗੱਲ ਰੱਖੀ ਹੈ, ਪੰਜਾਬ ਬਾਰੇ ਉਹਨਾਂ ਨੇ ਗੱਲ ਰੱਖੀ ਹੈ, ਕਦੀ ਆਸ ਨਹੀਂ ਸੀਗੀ ਕਿ ਉਹ ਵੀ ਇਸ ਪਰਿਵਾਰਵਾਦ ਦਾ ਸ਼ਿਕਾਰ ਹੋ ਜਾਣਗੇ, ਔਰ ਉਹਨਾਂ ਦੇ ਮਨ 'ਚ ਵੀ ਇਹ ਲਾਲਚ ਉੱਠ ਜੂਗਾ ਕਿ ਮੈਂ ਆਪਣੇ ਕਿਸੇ ਭਤੀਜੇ ਨੂੰ ਜਾਂ ਮਹਿਜ਼ ਇੱਕ ਵਿਅਕਤੀ ਜਿਹੜਾ ਇਕੱਲਾ ਉਹਨਾਂ ਦੀ ਡਾਇਰੀ ਚੱਕਦਾ ਜਾਂ ਫਾਈਲਾਂ ਚੱਕਦਾ ਉਸ ਨੂੰ ਐਡਜਸਟ ਕਰਨ ਦੇ ਚੱਕਰ 'ਚ ਮੈਂ ਕਿਸੇ ਨੌਜਵਾਨ ਜਾਂ ਪਾਰਟੀ ਦੇ ਪੁਰਾਣੇ ਵਰਕਰ ਨੂੰ ਇਗਨੋਰ ਕਰ ਦਾਂਗਾ। ਬਟ ਹੋਇਆ ਸੋ ਹੁੰਦਾ ਹੈ, ਪੋਲਿਟਿਕਸ ਹੈ, ਸਭ ਕੁਝ ਹੁੰਦਾ ਪੋਲਿਟਿਕਸ। ਟਿਕਟ ਕੱਟੇ ਜਾਣ ਤੋਂ ਹੀ ਭਣਕ ਪੈਂਦੀ ਹੈ ਜਾਂ ਪਹਿਲਾਂ ਹੀ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਅਜਿਹਾ ਹੋ ਸਕਦਾ ਆ? ਨਹੀਂ, ਮੈਨੂੰ ਪਹਿਲਾਂ ਦੇਖੋ ਚਰਚਾ ਤਾਂ ਸੀਗੀ 2-3 ਮਹੀਨਿਆਂ ਤੋਂ, ਕਿਉਂਕਿ ਉਹ ਆਏ 2-3 ਮਹੀਨੇ ਪਹਿਲਾਂ, ਜਿਹੜੇ ਧਮਾਨ ਸਾਹਿਬ ਦੇ ਭਤੀਜੇ ਨੇ ਉਹਨਾਂ ਨੇ ਸੁਨਾਮ ਆਉਣਾ ਹੀ 2-3 ਮਹੀਨੇ ਪਹਿਲਾਂ ਸ਼ੁਰੂ ਕੀਤਾ, ਔਰ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸੁਨਾਮ ਦੇ ਲੋਕ ਨਾ ਉਹਨਾਂ ਨੂੰ ਜਾਣਦੇ ਆ ਨਾ ਪਹਿਚਾਣਦੇ ਆ। ਪਹਿਲਾਂ ਉਹਨਾਂ ਨੂੰ ਜਾ ਕੇ ਹਰ ਥਾਂ ਆਪਣੀ ਪਹਿਚਾਣ ਦੱਸਣੀ ਪਊਗੀ, ਔਰ ਫਿਰ ਕਿਤੇ ਉਹ ਗਾਂ ਕੋਈ ਗੱਲ ਕਰ ਸਕਣਗੇ। ਤਾਂ 2-3 ਮਹੀਨਿਆਂ ਤੋਂ ਮੈਨੂੰ ਇਹ ਸ਼ੰਕਾ ਜ਼ਰੂਰ ਹੋਈ ਸੀਗੀ, ਜਾਂ ਮੈਨੂੰ ਇੱਕ ਡਾਊਟ ਕ੍ਰੀਏਟ ਹੋਇਆ ਸੀ। ਬਟ ਫਿਰ ਔਨ ਦੀ ਅਦਰ ਸਾਈਡ ਮੈਨੂੰ ਸੀਗਾ ਕਿ ਪਾਰਟੀ ਹੈ, ਬਹੁਤ ਵੱਡਾ ਪਾਰਟੀ ਦਾ ਤਾਮਝਾਮ ਹੁੰਦਾ, ਆਰਗੇਨਾਈਜੇਸ਼ਨ ਹੈ। ਮੈਂ ਆਰਗੇਨਾਈਜੇਸ਼ਨ 'ਚ ਵੀ ਕਦੀ ਕੋਈ ਕੰਮ ਆਪਣੇ ਕਲੀਗਸ ਨਾਲੋਂ, ਈਵਨ ਜਿਹੜੇ ਮੇਰੇ ਮੇਲ ਕਲੀਗਸ ਨੇ ਉਹਨਾਂ ਨਾਲੋਂ ਵੀ ਦੁੱਗਣਾ ਕੰਮ ਕੀਤਾ। ਜੇ ਮੈਨੂੰ 5 ਬੱਸਾਂ ਕਹਿੰਦੇ ਸੀ, ਮੈਂ 10 ਲਗਾਈਆਂ। ਸ਼ਾਇਦ ਇਸ ਲਈ ਪਿਛਲੀ ਵਾਰ ਟਿਕਟ ਵੀ ਦਿੱਤੀ ਪਾਰਟੀ ਨੇ, ਔਰ ਮੈਨੂੰ ਸੀਗਾ ਕਿ ਸਾਰੇ ਡਿਸੀਜਨਸ ਮੈਰਿਟ 'ਤੇ ਲਿੱਤੇ ਜਾਣਗੇ। ਬਟ ਅਫਸੋਸ ਕਿ ਕਿਤੇ ਨਾ ਕਿਤੇ ਪਾਰਟੀ ਵੀ ਮਜਬੂਰ ਹੋ ਗਈ, ਕੁਛ ਸੀਨੀਅਰ ਲੀਡਰ
ਲੀਡਰਸ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਈ ਸਾਡੀ ਹਾਈ ਕਮਾਂਡ, ਔਰ ਉਹਨਾਂ ਦੀਆਂ ਦਿਖਾਈਆਂ ਅੱਖਾਂ ਤੋਂ ਡਰ ਗਈ, ਉਹਨਾਂ ਦੀਆਂ ਦਿੱਤੀਆਂ ਧਮਕੀਆਂ ਤੋਂ ਡਰ ਗਈ, ਔਰ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ। ਕਿਤੇ ਇਹ ਤਾਂ ਨਹੀਂ ਗੱਲ ਹੈਗੀ ਜੀ ਦਾਮਨ ਜੀ ਕਿ ਪਹਿਲਾਂ ਜਦ ਸੀਐਮ ਸਨ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਹੋਰਡਿੰਗ ਵੀ ਲੱਗਿਆ, ਸਾਥ ਵੀ ਚੱਲਿਆ, ਤੁਸੀਂ ਵੀ ਚਹੇਤੇ ਰਹੇ ਉਹਨਾਂ ਦੇ, ਕਿਤੇ ਇਹ ਤਾਂ ਨਹੀਂ ਹੈਗਾ ਕਿ ਉਸ ਚੀਜ਼ ਨੂੰ ਲੈ ਕੇ ਖਮਿਆਜਾ ਭੁਗਤਣਾ ਪਿਆ? ਮੈਂ ਦੇਖੋ ਚਹੇਤੀ ਮੈਂ ਕਿਸੇ ਦੀ ਨਹੀਂ ਰਹੀ ਨਾ। ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੀ ਵਾਰ ਟਿਕਟ ਦਿੱਤੀ ਸੀ, ਮੈਨੂੰ ਟਿਕਟ ਦਿੱਤੀ ਸੀ ਰਾਹੁਲ ਗਾਂਧੀ ਜੀ ਨੇ ਤੇ ਮੇਰੀ ਆਰਗੇਨਾਈਜੇਸ਼ਨ ਨੇ ਦਿੱਤੀ ਸੀ, ਜਿਸ ਕਰਕੇ ਜੇ ਹਲੇ ਤੱਕ ਮੈਂ ਇਸ ਪਾਰਟੀ ਵਿੱਚ ਹੈਗੀ ਆ ਜਾਂ ਮੈਂ ਹਲੇ ਤੱਕ ਵੀ ਪਾਰਟੀ ਹਾਈ ਕਮਾਂਡ ਦੇ ਖਿਲਾਫ ਨਹੀਂ ਕਦੀ ਵੀ ਕੁਝ ਕਹਿ ਸਕਦੀ, ਉਹ ਇਸੇ ਕਰਕੇ ਕਿਉਂਕਿ ਮੈਂ ਤੇ ਮੇਰਾ ਪਰਿਵਾਰ ਅਸੀਂ ਕੁਝ ਵੀ ਹੋ ਸਕਦੇ, ਅਸੀਂ ਕ੍ਰਿਤਗਨ ਨਹੀਂ ਹੋ ਸਕਦੇ। ਸਾਡੇ ਸੰਸਕਾਰ ਨੇ, ਅਸੀਂ ਇੱਕ ਇਹੋ ਜਿਹੇ ਪਰਿਵਾਰ ਤੋਂ ਸੰਬੰਧ ਰੱਖਦੇ, ਇੱਕ ਫੌਜੀ ਦੀ ਧੀ ਆ। ਮੇਰਾ ਜਿਸਨੇ ਮੇਰਾ ਤੇ ਮੇਰੇ ਲੋਕਾਂ ਵਾਸਤੇ ਜਿਹਨੇ ਵੀ ਇੱਕ ਵੀ ਕਦਮ ਪੁੱਟਿਆ, ਇੱਕ ਵੀ ਸਾਡਾ ਸਾਥ ਦਿੱਤਾ, ਅਸੀਂ ਉਸਦੇ ਹਮੇਸ਼ਾ ਰਿਣੀ ਰਵਾਂਗੇ। ਕੈਪਟਨ ਸਾਹਿਬ ਨੇ ਹਮੇਸ਼ਾ, ਜਿੰਨੀ ਵਾਰ ਮੈਂ ਸੁਨਾਮ ਦੇ ਲੋਕਾਂ ਦੇ ਮਸਲੇ ਮਸਲਾਇਤ ਲੈ ਕੇ ਉਹਨਾਂ ਕੋਲ ਗਈ ਹਾਂ, ਉਹਨਾਂ ਨੇ ਮੈਨੂੰ ਖਿੜੇ ਮੱਥੇ ਅਟੈਂਡ ਕੀਤਾ ਔਰ ਬਹੁਤ ਸਾਰੀਆਂ ਗ੍ਰਾਂਟਾਂ ਉਹਨਾਂ ਨੇ ਮੈਨੂੰ ਜਾਰੀ ਕੀਤੀਆਂ, ਬਹੁਤ ਸਾਰੇ ਉਹਨਾਂ ਨੇ ਮੈਨੂੰ ਮੌਕੇ ਦਿੱਤੇ ਕਿ ਮੈਂ ਸੁਨਾਮ ਵਿੱਚ ਬਿਹਤਰ ਤਰੀਕੇ ਨਾਲ ਸੁਨਾਮ ਦੇ ਲੋਕਾਂ ਦੇ ਵਿਕਾਸ ਕਾਰਜ ਕਰਵਾ ਸਕਾਂ, ਲੋਕਾਂ ਨੂੰ ਮਦਦ ਪਹੁੰਚਾ ਸਕਾਂ। ਸੋ ਮੈਂ ਇਸ ਕਰਕੇ ਕੈਪਟਨ ਸਾਹਿਬ ਦੇ ਹੋਰਡਿੰਗ ਲਗਾਏ ਸੀ, ਕੋਈ ਚਹੇਤੇ ਹੋਣ ਕਰਕੇ ਨਹੀਂ। ਪਰ ਜੇ ਉਸ ਚੀਜ਼ ਦੀ ਕੋਈ ਤਕਲੀਫ ਮੰਨੀ ਬੈਠਾ ਤਾਂ ਉਹ ਮੇਰੀ ਪ੍ਰੋਬਲਮ ਨਹੀਂ ਹੈ। ਜਿਹੜਾ ਵੀ ਬੰਦਾ ਮੇਰੇ ਪਿੱਠ ਪਿੱਛੇ ਖੜਿਆ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਸਦੀ ਘੱਟੋ ਘੱਟ ਪਬਲਿਕਲੀ ਸ਼ਲਾਘਾ ਕਰਾਂ। ਜੀ ਬਿਲਕੁਲ। ਜਦੋਂ ਪਤਾ ਚੱਲਦਾ ਹੈ ਦਾਮਨ ਬਾਜਵਾ ਤੇ ਉਹਨਾਂ ਦੇ ਪਤੀ ਨੂੰ ਕਿ ਟਿਕਟ ਉਹ ਲਿਸਟ ਵਿੱਚੋਂ ਨਾਮ ਹੀ ਗਾਇਬ ਆ, ਟਿਕਟ ਕੱਟ ਦਿੱਤੀ ਆ, ਤਾਂ ਲੱਗਦਾ ਕਿ ਮੈਨੂੰ ਤਾਂ ਦੁੱਖ ਹੁੰਦਾ। ਉਹ ਕਾਰਜ ਕੀਤੇ ਹੋਏ ਇੱਕ ਪਲ ਜਾਤਾ ਨੇ ਮਨ ਤਾਂ ਦੁਖੀ ਹੋਇਆ ਹੋਵੇਗਾ। ਬਿਲਕੁਲ ਬਿਲਕੁਲ। ਜਦੋਂ ਤੁਸੀਂ ਹੁਣ ਦੱਸ ਰਹੇ ਸੀਗੇ ਤਾਂ ਮੇਰੇ ਦਿਮਾਗ 'ਚੋਂ ਸਾਰੀ ਰੀਲ ਚੱਲੀ ਪਿਛਲੇ ਸਮੇਂ ਦੀ ਕਿ ਕਿਵੇਂ ਅਸੀਂ ਕਰੋਨਾ ਦੇ ਟਾਈਮ, ਮੇਰਾ ਬੇਟਾ ਮਹਿਜ਼ 2.5-3 ਸਾਲ ਦਾ ਸੀਗਾ, ਉਸਨੂੰ ਛੱਡ ਕੇ ਅਸੀਂ ਬਹੁਤ ਦੁਖਦਾਈ ਆ। ਗਰਾਊਂਡ ਜ਼ੀਰੋ ਤੋਂ ਕੰਮ ਕੀਤਾ ਹੋਵੇ ਤੇ ਆਖਿਰਕਾਰ ਕਹਿ ਦਿੱਤਾ ਜਾਵੇ ਤੁਹਾਡਾ ਇਸ ਹਲਕੇ ਨਾਲ ਲੈਣਾ ਦੇ ਨਹੀਂ ਟਿਕਟ ਕਰ ਦਿੱਤੀ ਜਾਵੇ। ਝਾੜੂ ਲਾਇਆ, ਲੋਕਾਂ ਦਾ ਕੂੜਾ ਚੱਕਿਆ, ਜਿੰਨੀ ਵਾਰ ਸੁਨਾਮ 'ਚ ਭੀੜ ਪਈ ਹੈ, ਭਾਵੇਂ ਫਤਿਹਵੀਰ ਦਾ ਟਾਈਮ ਸੀਗਾ, ਲੌਂਗੋਵਾਲ ਦਾ ਬੱਸ ਹਾਦਸਾ ਸੀਗਾ, ਹਰ ਥਾਂ ਤੇ ਮੋਹਰੇ ਹੋ ਕੇ ਲੜਾਈ ਲੜੀ ਹੈ। ਬਟ ਇਹ ਵੀ ਮੈਂ ਹੁਣ ਤੁਹਾਡੀਆਂ ਗੱਲਾਂ ਕਰਕੇ ਭਾਵੁਕ ਹੋ ਗਈ। ਕੁਛ ਨਹੀਂ ਹੁੰਦਾ, ਇਹ ਚੀਜ਼ਾਂ ਕਿਸਮਤ ਦਾ ਖੇਲ ਹੈ ਜੀ, ਔਰ ਡਟ ਕੇ ਇਸ ਦਾ ਪੂਰੇ ਹੌਸਲੇ ਨਾਲ ਇਸ ਸਿਚੁਏਸ਼ਨ ਦਾ ਵੀ ਸਾਹਮਣਾ ਕਰਾਂਗੇ। ਇੱਕ ਪਾਰਟੀ ਆ, ਇੱਕ ਨੈਸ਼ਨਲ ਪਾਰਟੀ ਆ, ਪਰ ਇੱਕ ਨੈਸ਼ਨਲ ਪਾਰਟੀ ਨੂੰ ਇੱਕ ਅਜਿਹੇ ਗਰਾਊਂਡ ਜ਼ੀਰੋ ਤੋਂ ਕੀਤੇ ਹੋਏ ਕੰਮ ਕਿਵੇਂ ਅੱਖੋਂ ਪਰੋਖੇ ਜਾ ਸਕਦੇ, ਕਿਵੇਂ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਸਕਦਾ, ਤੇ ਕਿਵੇਂ ਇੱਕ 3 ਮਹੀਨੇ ਪਹਿਲਾਂ ਆਏ ਬੰਦੇ ਨੂੰ ਸੀਟ ਦੇ ਦਿੱਤੀ। ਹਾਲਾਂਕਿ ਅਮਰਗੜ੍ਹ ਤੋਂ ਵੀ ਲੜ ਸਕਦੇ ਸੀ, ਅਮਰਗੜ੍ਹ ਤੋਂ ਵੀ ਪਹਿਲਾਂ ਜਿੱਤੇ ਹੋਏ ਨੇ ਧੀਮਾਨ ਸਾਹਿਬ, ਤੇ ਕੀ ਲੱਗਦਾ ਨਹੀਂ ਕਿ ਨਹੀਂ ਉਹੀ ਤਾਂ ਗੱਲ ਹੈ ਨਾ, ਅਣਗੌਲਾ ਨਹੀਂ ਕੀਤਾ ਗਿਆ। ਜੇ ਮੈਂ ਇੱਥੇ ਤੱਕ ਵੀ ਲੜਾਈ ਲੜੀ ਹੈ, ਜੇ ਕੱਲ ਵੀ ਮੇਰਾ ਨਾਮ ਡਿਸਕਸ਼ਨ 'ਚ ਸੀਗਾ, ਉਹ ਇਸ ਕਰਕੇ ਹੀ ਸੀਗਾ ਕਿਉਂਕਿ ਮੇਰੇ ਜਿੱਥੇ ਕੁਛ ਲੋਕ ਮੇਰੇ ਅਗੇਂਸਟ ਸੀਗੇ ਤਾਂ ਬਹੁਤ ਲੋਕ ਮੇਰੇ ਪੱਖ ਵਿੱਚ ਵੀ ਸੀਗੇ, ਬਹੁਤ ਲੋਕਾਂ ਨੇ ਮੇਰੇ ਕੰਮਾਂ ਦੇ ਵੀ ਉੱਥੇ ਦਲੀਲਾਂ ਦਿੱਤੀਆਂ, ਮੇਰੀ ਲੜਾਈ ਲੜੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਔਰ ਉਹਨਾਂ ਦੀ ਮੈਂ ਹਮੇਸ਼ਾ ਧੰਨਵਾਦੀ ਰਹੂੰਗੀ। ਬਟ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਆਪ ਪਬਲਿਕਲੀ ਇਹ ਬਿਆਨ ਦਿੰਦਾ ਸੀਗਾ ਕਿ ਮੈਂ ਕਿਸੇ ਦੇ ਮੁੰਡੇ ਨੂੰ ਟਿਕਟ ਨਹੀਂ ਲੈਣ ਦਿੰਦਾ, ਮੈਂ ਆਪਣੇ ਮੁੰਡੇ ਦੀ ਟਿਕਟ ਨਹੀਂ ਮੰਗੀ, ਮੈਂ ਕਿਸੇ ਦੇ ਮੁੰਡੇ ਨੂੰ ਟਿਕਟ ਨਹੀਂ ਲੈਣ ਦਊਂਗਾ, ਕਿਸੇ ਨੂੰ ਆਪਣਾ ਹਲਕਾ ਛੱਡ ਕੇ ਭੱਜਣ ਨਹੀਂ ਦਊਂਗਾ, ਅੱਜ ਉਹੀ ਬੰਦਾ ਆਪਣੀ ਦਿੱਤੇ ਬਿਆਨਾਂ 'ਚ, ਔਰ ਬਿਆਨ ਵੀ ਕੋਈ ਬਹੁਤ ਪੁਰਾਣੇ ਨਹੀਂ, 2-3 ਦਿਨ ਪੁਰਾਣੇ ਬਿਆਨ ਨੇ, ਉਹਨਾਂ ਤੋਂ ਹੀ ਬੈਕ ਟਰੈਕ ਕਰ ਗਿਆ। ਉੱਥੇ ਇਹ ਦੁੱਖ ਜ਼ਰੂਰ ਹੁੰਦਾ ਹੈ ਕਿ ਪਾਰਟੀ ਵਿੱਚ ਇਹ ਚੈੱਕ ਬੈਲੈਂਸਿਸ ਹੈ ਹੀ ਨਹੀਂ ਕਿ ਤੁਸੀਂ ਕਹਿ ਕੀ ਰਹੇ ਹੋ ਔਰ ਕਰ ਕੀ ਰਹੇ ਹੋ। ਜੇ ਧੀਮਾਨ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਤਾਂ ਕਿਉਂ ਧੀਮਾਨ ਸਾਹਿਬ ਅਮਰਗੜ੍ਹ 'ਚ ਤੋਂ ਚੋਣ ਨਹੀਂ ਲੜੇ? ਜੇ 5 ਸਾਲ ਉੱਥੋਂ MLA ਸੀਗੇ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉੱਥੋਂ ਹੀ ਚੋਣ ਲੜੀ ਜਾਵੇ। ਬਹੁਤ ਸਾਰੇ ਲੀਡਰਸ ਐਸੇ ਨੇ ਜਿਨ੍ਹਾਂ ਦੀ ਸੀਟ ਨਹੀਂ ਬਦਲੀ ਗਈ, ਉਹਨਾਂ ਨੂੰ ਉੱਥੋਂ ਹੀ ਲੜਾਇਆ ਜਾ ਰਿਹਾ ਜਿੱਥੋਂ ਉਹ MLA ਰਹੇ ਹੈ ਜਾਂ ਜਿੱਥੇ ਉਹਨਾਂ ਨੇ ਕੰਮ ਕੀਤਾ। ਤਾਂ ਫਿਰ ਇਹਨਾਂ ਨੂੰ ਇਹੋ ਜਿਹੀ ਲੀਵਰੇਜ ਕਿਉਂ ਦਿੱਤੀ ਗਈ? ਸਿਰਫ ਇਸ ਕਰਕੇ ਕਿ ਉਹ ਆਪਣੇ ਭਤੀਜੇ ਸਮਿਤ ਸਿੰਘ ਨੂੰ ਅਮਰਗੜ੍ਹ ਐਡਜਸਟ ਕਰਨਾ ਚਾਹੁੰਦੇ ਸੀ, ਇਹ ਨਾਰਾਜ਼ ਨਾ ਹੋਣ, ਇਹ ਉੱਥੇ ਉਹਦੀ ਮੁਖਾਲਫਤ ਨਾ ਕਰਨ ਤੇ ਉਹਨਾਂ ਨੂੰ ਸੁਨਾਮ ਲਿਆ ਕੇ ਐਡਜਸਟ ਕਰ ਦਿੱਤਾ। ਦਮਨ ਬਾਜਵਾ ਜਾਂ ਉਹਨਾਂ ਦੇ ਪਤੀ ਨੂੰ ਇਸ ਚੀਜ਼ ਦਾ ਦੁੱਖ ਆ ਜਾਂ ਫਿਰ ਹਲਕੇ ਦੇ ਲੋਕਾਂ ਨੂੰ ਵੀ ਦੁੱਖ ਆ? ਤੁਸੀਂ ਅੱਜ ਅਸੀਂ ਪਬਲਿਕ ਮੀਟਿੰਗ ਕੀਤੀ ਸੀ, ਹਰ ਵਿਅਕਤੀ ਦੀਆਂ ਅੱਖਾਂ ਨਮ ਸੀਗੀਆਂ, ਹਰ ਵਿਅਕਤੀ ਇਸ ਚੀਜ਼ ਤੇ, ਕਿਉਂਕਿ ਦੇਖੋ ਪਿਛਲੀ ਵਾਰ ਮੈਨੂੰ ਟਿਕਟ ਦਿੱਤੀ ਸੀ ਰਾਹੁਲ ਗਾਂਧੀ ਜੀ ਨੇ ਔਰ ਕਹਿ ਕੇ ਦਿੱਤੀ ਸੀ ਕਿ C ਕੈਟੇਗਰੀ ਸੀਟ ਹੈ, ਆਪਾਂ ਇਹ ਸੀਟ ਨਹੀਂ ਜਿੱਤ ਰਹੇ, ਔਰ ਇਹ ਸੀਟ ਤੁਹਾਨੂੰ ਇਸ ਲਈ ਦਿੱਤੀ ਹੈ ਕਿ ਤੁਸੀਂ ਇੱਥੇ ਮਿਹਨਤ ਕਰੋ, 5 ਸਾਲ ਆਪਣੇ ਆਪ ਨੂੰ ਇਸਟੈਬਲਿਸ਼ ਕਰੋ ਔਰ ਅੱਗੇ ਤੁਸੀਂ ਜ਼ਰੂਰ ਇੱਥੇ ਕਾਮਯਾਬ ਹੋਵੋਗੇ। ਪਰ ਉਹ 5 ਸਾਲਾਂ ਤੋਂ ਬਾਅਦ ਸਾਡੀ ਕੀਤੀ ਮਿਹਨਤ ਨੂੰ ਕੋਈ ਹੋਰ ਕਿਸੇ ਕਾਰਨ ਕਰਕੇ
ਅਣਗੌਲਾ ਕਰ ਦਿੱਤਾ ਤਾਂ ਬੁਰਾ ਤਾਂ ਲੱਗਦਾ। ਔਰ ਸਾਰੇ ਲੋਕ ਅੱਜ ਸੁਨਾਮ ਦੇ ਕਾਂਗਰਸੀ ਵਰਕਰ, ਸਾਰੇ ਸੁਨਾਮ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ ਔਰ ਇਸ ਦਾ ਬਹੁਤ ਵੱਡਾ ਖਮਿਆਜ਼ਾ ਸੁਨਾਮ ਕਾਂਗਰਸ ਨੂੰ ਭੁਗਤਣਾ ਪਊਗਾ। ਜਿਸ ਤਰੀਕੇ ਸੁਨਾਮ ਇੱਥੇ ਸੁਨਾਮ ਵਿੱਚ ਕਾਂਗਰਸ ਪਾਰਟੀ ਰੁਲਦੀ ਰਹੀ ਹੈ ਪਿਛਲੇ 20-22 ਸਾਲਾਂ 'ਚ, ਬਹੁਤ ਮਿਹਨਤ ਨਾਲ ਅਸੀਂ ਸਾਰੀ ਕਾਂਗਰਸ ਇਕੱਠੀ ਕੀਤੀ ਸੀਗੀ, ਇੱਕ ਪਲੇਟਫਾਰਮ ਤੇ ਲਿਆਂਦੀ ਸੀ। ਕਿਸੇ ਹੋਰ ਬੰਦੇ ਨੇ ਸੁਨਾਮੋਂ ਅਪਲਾਈ ਤੱਕ ਨਹੀਂ ਸੀ ਕੀਤਾ ਟਿਕਟ ਵਾਸਤੇ, ਤੇ ਅੱਜ ਉਹ ਦੁਬਾਰਾ ਉਹਨਾਂ ਨੇ ਉਸੇ ਮੁਕਾਮ ਤੇ ਲਿਆ ਕੇ ਕਾਂਗਰਸ ਨੂੰ ਦੁਬਾਰਾ ਖੜਾਤਾ ਹੈ। ਤੇ ਜਿਵੇਂ ਸਿੱਧੂ ਸਾਹਿਬ ਕਹਿੰਦੇ ਆ, ਸਹੀ ਕਹਿੰਦੇ ਆ, ਕਾਂਗਰਸ ਦੀ ਸਭ ਤੋਂ ਵੱਡੀ ਦੁਸ਼ਮਣ ਆਪ ਕਾਂਗਰਸ ਹੀ ਹੈ। ਬਿਲਕੁਲ। ਤੇ ਅੱਜ ਵੀ ਕਾਫੀ ਅਹੁਦੇਦਾਰ ਪਹੁੰਚੇ ਆ ਇੱਥੇ, ਵੱਡਾ ਇਕੱਠ ਦੇਖਣ ਨੂੰ ਮਿਲਿਆ ਕਿ ਇੱਕ ਪੋਸਟ ਪਾਉਂਦੇ ਆ ਤੁਸੀਂ, ਵੀਡੀਓ ਪਾਉਂਦੇ ਵੀ ਅਸੀਂ ਇੰਨੇ ਵਜੇ ਇਕੱਠੇ ਹੋਣਾ, ਕੋਈ ਬਾਹਲਾ ਵੱਡਾ ਪ੍ਰਚਾਰ ਨਹੀਂ, ਵਾਲੀ ਵੱਡੀ ਗੱਲ ਨਹੀਂ ਕਹੀ, ਪਰ ਫਿਰ ਵੀ ਲੋਕ 1:30 ਵਜੇ ਰਾਤ ਨੂੰ ਮੈਂ ਪੋਸਟ ਪਾਈ ਸੀਗੀ ਔਰ ਉਸ ਦੇ ਬਾਵਜੂਦ ਤੁਸੀਂ ਦੇਖਿਆ ਕਿ ਕਿਵੇਂ ਲੋਕੀ ਅੱਜ ਵੀ ਦ੍ਰਿੜਤਾ ਦੇ ਨਾਲ ਔਰ ਮਨੋ ਔਰ ਦਿਲੀ ਤੌਰ ਤੇ ਸਾਡੇ ਨਾਲ ਜੁੜੇ ਹੋਏ ਆ। ਤੇ ਮੇਰੇ ਲਈ ਤਾਂ ਇਸ ਤੋਂ ਉੱਪਰ ਕੋਈ ਚੀਜ਼ ਹੈ ਹੀ ਨਹੀਂ। ਟਿਕਟ ਕਿਸੇ ਬੰਦੇ ਨੂੰ ਨਹੀਂ ਬਣਾਉਂਦੀ, ਨਾ ਟਿਕਟ ਖੋਹ ਲੈਣ ਨਾਲੋਂ ਮੇਰੀ ਮਿਹਨਤ ਖੋ ਸਕਦੇ ਆ। ਮੇਰੀ ਮਿਹਨਤ ਨਾਲ ਜੇ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਨੂੰ ਇੰਨੇ ਸਾਰੇ ਮੇਰੇ ਸਾਥੀ ਭੈਣ ਭਰਾ ਮਿਲੇ ਹੈ ਤੇ ਅਸੀਂ ਡਟ ਕੇ ਇਸ ਚੀਜ਼ ਦਾ, ਇਸ ਸਿਚੁਏਸ਼ਨ ਦਾ ਮੁਕਾਬਲਾ ਕਰਾਂਗੇ। ਜਿਵੇਂ ਤੁਸੀਂ ਕਿਹਾ ਪਹਿਲਾਂ ਹੀ ਥੋੜਾ ਜਿਹਾ ਲੱਗ ਰਿਹਾ ਸੀ ਕਿ ਇਦਾਂ ਹੋ ਸਕਦਾ ਹੈ, ਜਿਹੜੇ ਸੀਐਮ ਰਹਿ ਚੁੱਕੇ ਨੇ ਚੰਨੀ ਸਾਹਿਬ, ਉਹਨਾਂ ਨੇ ਕਦੇ ਗੱਲ ਨਹੀਂ ਕੀਤੀ ਤੁਸੀਂ, ਜਾਂ ਉਹਨਾਂ ਨੇ ਤੁਹਾਡੀ ਫੇਵਰ ਨਹੀਂ ਕੀਤੀ ਕਦੇ? ਨਹੀਂ, ਸੀਐਮ ਸਾਹਿਬ ਨੇ ਪਹਿਲੇ ਦਿਨੋਂ ਬਿਨਾ ਮੈਂ ਕਦੀ ਉਹਨਾਂ ਨੂੰ ਜਾ ਕੇ ਰਿਕੁਐਸਟ ਵੀ ਨਹੀਂ ਕੀਤੀ, ਉਸ ਦੇ ਬਾਵਜੂਦ ਉਹਨਾਂ ਨੇ ਡਟ ਕੇ ਮੇਰਾ ਸਾਥ ਦਿੱਤਾ ਹੈ। ਉਹਨਾਂ ਨੇ ਅਖੀਰ ਤੱਕ ਮੇਰੀ ਲੜਾਈ ਲੜੀ ਹੈ, ਸੱਚ ਦੀ ਲੜਾਈ ਲੜੀ ਹੈ ਔਰ ਕਿਹਾ ਹੈ ਕਿ ਜਿੱਥੇ ਕਿਸੇ ਨੇ ਮਿਹਨਤ ਕੀਤੀ ਹੈ ਉਸ ਮਿਹਨਤ ਨੂੰ ਆਪਾਂ ਅਣਗੌਲਾ ਨਾ ਕਰੀਏ, ਉੱਥੇ ਪਾਰਟੀ ਦਾ ਨੁਕਸਾਨ ਹੈ। ਪਰ ਮੈਂ ਦੱਸਿਆ ਕਿ ਕਈ ਵਾਰੀ ਹਾਈ ਕਮਾਂਡ ਵੀ ਕੁਝ ਲੀਡਰਾਂ ਦੇ ਧਮਕੀ ਔਰ ਇਹੋ ਜਿਹਾ ਜਿਹੜਾ ਮਾਹੌਲ ਚੱਲ ਰਿਹਾ, ਵੋਟਾਂ ਦਾ ਟਾਈਮ ਹੈ, ਹਾਈ ਕਮਾਂਡ ਵੀ ਡੈਮੇਜ ਕੰਟਰੋਲ ਕਿਸੇ ਹੱਦ ਤੱਕ ਕਰਨਾ ਚਾਹੁੰਦੇ ਆ, ਨਹੀਂ ਚਾਹੁੰਦੇ ਕਿ ਕੋਈ ਬਹੁਤ ਵੱਡਾ ਕਿਸੇ ਵੀ ਗੱਲ ਕਰਕੇ ਵਿਵਾਦ ਖੜਾ ਹੋਵੇ। ਤਾਂ ਠੀਕ ਹੈ, ਕਿਸੇ ਨੇ ਆਪਣੀ ਈਗੋ ਸੈਟੀਸਫਾਈ ਕਰਨੀ ਸੀ, ਉਹ ਹੋ ਗਈ ਐਟ ਦ ਸਟੇਕ ਆਫ ਪਾਰਟੀ, ਜਾਂ ਪਾਰਟੀ ਦੇ ਕੈਡਰ ਵੀ ਜੇ ਹੋ ਗਈ ਤਾਂ ਕੋਈ ਗੱਲ ਨਹੀਂ। ਮੇਰੇ ਵਾਸਤੇ ਪਰਮਾਤਮਾ ਮਿਹਰ ਰੱਖੇ, ਪਰਮਾਤਮਾ ਸਾਹ ਚੱਲਦੇ ਰੱਖੇ। ਮੇਰੇ ਵਾਸਤੇ ਆਪਸ਼ਨਸ ਬਹੁਤ ਨੇ ਔਰ ਮੈਂ ਯੰਗ ਆ, ਕੰਮ ਕਰ ਸਕਦੀ ਹਾਂ, ਜਜ਼ਬਾ ਹੈਗਾ ਔਰ ਕੰਮਾਂ ਕਰਕੇ ਹੀ ਇੱਥੇ ਤੱਕ ਪਹੁੰਚੀ ਹਾਂ। ਸੁਨਾਮ ਵਾਸਤੇ ਮੈਨੂੰ ਆਪਣੀ ਜਾਨ ਵੀ ਦੇਣੀ ਪਈ ਤਾਂ ਮੈਂ ਦਊਂਗੀ। ਸੁਨਾਮ ਤੋਂ ਜੇਕਰ ਗੱਲ ਕਰੀਏ ਤਾਂ ਤੁਹਾਡੀ ਨਾਰਾਜ਼ਗੀ ਹੈ, ਤੇ ਅਮਰਗੜ੍ਹ ਤੋਂ ਜੇਕਰ ਗੱਲ ਕਰੀਏ ਮਾਈ ਰੂਪ ਕੌਰ ਦੀ, ਉਹਨਾਂ ਨੇ ਵੀ ਬਹੁਤ ਲੰਮਾ ਸਮਾਂ ਆਪਣੀ ਪਾਰਟੀ ਨੂੰ ਦਿੱਤਾ, ਇਮਾਨਦਾਰੀ ਨਾਲ ਦਿੱਤਾ। ਉਹਨਾਂ ਦੇ ਬੇਟੇ ਨੇ ਨਿਰਪਤ ਬਾਗੜੀਆਂ, ਉਹ ਤੇ ਉਹਨਾਂ ਨੇ ਵੀ ਆਪਣਾ ਦੁੱਖ ਜ਼ਾਹਰ ਕੀਤਾ ਕਾਫੀ, ਵੀ ਪਾਰਟੀ ਨੂੰ ਸੋਚਣਾ ਚਾਹੀਦਾ, ਜੋ ਪੁਰਾਣੇ ਨੇ ਕਾਂਗਰਸੀ ਨੇ, ਉਹਨਾਂ ਜ਼ਮੀਨਾਂ ਜੁੜੇ ਹੋਏ ਨੇ, ਤਾਂ ਉਹਨਾਂ ਨੂੰ ਸੋਚਣਾ ਚਾਹੀਦਾ। ਉਹਨਾਂ ਪਹਿਲਾਂ ਹੀ ਉਹਨਾਂ ਨੂੰ ਡਰ ਸੀ ਤੇ ਕਿਹਾ ਕਿ ਲੱਗਦਾ ਕਿ ਜੇਕਰ ਇੱਦਾਂ ਪਾਰਟੀ ਬਾਰ-ਬਾਰ ਕਰਦੀ ਰਹੀ ਆ ਫਿਰ ਕੌਣ ਕੰਮ ਕਰੇਗਾ ਪਾਰਟੀ ਲਈ। ਅੱਜ ਕਾਂਗਰਸ ਦਾ ਪੂਰੇ ਦੇਸ਼ ਵਿੱਚ ਜੋ ਹਾਲ ਹੈ, ਮੈਨੂੰ ਲੱਗਦਾ ਕਿ ਉਹ ਇਸੇ ਕਰਕੇ ਹੈ ਕਿਉਂਕਿ ਜਦੋਂ ਅਸੀਂ ਕ੍ਰਾਈਟੇਰੀਆ ਵਿਨੇਬਿਲਿਟੀ ਤੋਂ ਹਟਾ ਕੇ ਸੂਟੇਬਿਲਿਟੀ ਨੂੰ ਬਣਾ ਲੈਂਦੇ ਹਾਂ, ਜਦੋਂ ਆਪਾਂ ਕਿਸੇ ਦੀ ਮਿਹਨਤ ਤੋਂ ਉੱਪਰ ਆਪਣਾ ਪੋਲਿਟਿਕਸ ਇਨਵੋਲਵ ਕਰ ਲੈਂਦੇ ਹਾਂ, ਇਹ ਦੇਖਦੇ ਹਾਂ ਕਿ ਕਿਹੜਾ ਵਿਅਕਤੀ ਮੇਰੇ ਧੜੇ ਦਾ ਹੈ ਜਾਂ ਕਿਹੜਾ ਮੇਰੇ ਵਿਰੋਧੀ ਹੈ, ਜਦੋਂ ਇਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਣ ਲੱਗ ਪੈਂਦੀਆਂ ਤਾਂ ਪਾਰਟੀ ਦਾ ਨੁਕਸਾਨ ਬਿਲਕੁਲ ਹੁੰਦਾ। ਅਮਰਗੜ੍ਹ ਵੀ ਇੱਕ ਜਿੱਤੀ ਜਿਤਾਈ ਸੀਟ, ਇੱਕ ਕਾਂਗਰਸੀ ਸੀਟ ਦਾ ਇਹ ਕਬਾੜਾ ਕਰਕੇ ਰੱਖ ਦੇਣਗੇ। ਅੱਜ ਸਮਿਤ ਸਿੰਘ ਮੈਨੂੰ ਲੱਗਦਾ ਉੱਥੇ ਉਹਦੀ ਜ਼ਮਾਨਤ ਜ਼ਬਤ ਹੋਣ ਦੇ ਜੋ ਹਾਲਾਤ ਮੈਨੂੰ ਨਜ਼ਰ ਆ ਰਹੇ ਔਰ ਸਿਮਿਲਰਲੀ ਧਮਾਨ ਸਾਹਿਬ ਦੇ ਵੀ ਇੱਥੋਂ ਜ਼ਮਾਨਤ ਜ਼ਬਤ ਹੋਊਗੀ। ਬਿਲਕੁਲ। ਦਮਨ ਬਾਜਵਾ ਤੇ ਪਤੀ ਤੇ ਪਰਿਵਾਰ ਹੁਣ ਕਿੱਥੇ ਆ? ਕੀ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ? ਕੀ ਕੀਤਾ ਜਾਏਗਾ? ਕੀ ਵਿਚਾਰ ਹੋਏ ਅੱਜ? ਦਾਮਨ ਬਾਜਵਾ ਤੇ ਦਾਮਨ ਬਾਜਵਾ ਦਾ ਪਰਿਵਾਰ ਸੁਨਾਮ ਦੇ ਹੱਕ ਵਿੱਚ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਵਿਖੇ ਬੈਠੇ ਹੈ, ਡਟ ਕੇ ਬੈਠੇ ਆ। ਆ ਮੇਰਾ ਘਰ ਹੈ, ਮੇਰਾ ਦਫ਼ਤਰ ਹੈ, ਇਹ ਜਦ ਤੱਕ ਪਰਮਾਤਮਾ ਨੇ ਸਾਹ ਬਖਸ਼ੇ ਐਵੇਂ ਇਸੇ ਤਰੀਕੇ ਚੱਲਦਾ ਰਹੂਗਾ। ਕੀ ਅੱਗੇ ਅਸੀਂ ਕਦਮ ਚੁੱਕਣਾ ਹੈ, ਉਹ ਵੀ ਸੁਨਾਮ ਦੇ ਜਿਹੜੇ ਵਿਕਾਸ ਕਾਰਜ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਬੈਸਟ ਸਟੈਪ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੇ ਸਾਡੇ ਸਾਥੀਆਂ ਨੂੰ ਲੱਗੂਗਾ ਅਸੀਂ ਉਹ ਚੁੱਕਾਂਗੇ। ਉਹਦੇ ਲਈ ਆਜ਼ਾਦ ਚੋਣ ਲੜਨੀ ਪਏ ਆਜ਼ਾਦ ਚੋਣ ਲੜਾਂਗੇ, ਉਹਦੇ ਲਈ ਕਿਸੇ ਪਾਰਟੀ 'ਚ ਹੋਰ 'ਚ ਜਾਣਾ ਪਿਆ ਉਹਦੇ 'ਚ ਜਾਵਾਂਗੇ, ਕਾਂਗਰਸ 'ਚ ਰਹਿਣਾ ਪਿਆ ਕਾਂਗਰਸ 'ਚ ਰਵਾਂਗੇ, ਕਿਉਂਕਿ ਕਿਸੇ ਇੱਕ ਵਿਅਕਤੀ ਦੀ ਕੀਤੀ ਹੋਈ ਜ਼ਿਆਦਤੀ ਕਰਕੇ ਸਾਰੀ ਪਾਰਟੀ ਤਾਂ ਮਾੜੀ ਨਹੀਂ ਹੋ ਸਕਦੀ। ਸੋ ਇਸ ਕਰਕੇ ਜੋ ਵੀ ਸਾਡੇ ਸਾਥੀ ਫੈਸਲਾ ਲੈਣਗੇ ਉਹ ਸਾਡੇ ਸਿਰ ਮੱਥੇ ਹੋਊਗਾ, ਪਰ ਇਸ ਅੱਜ ਦਾ ਜਿਹੜਾ ਫੈਸਲਾ ਹੋਊਗਾ ਉਹਦੇ ਵਿੱਚ ਇਹ ਮੁੱਖ ਹੋਣਗੇ, ਪਾਰਟੀ ਨਹੀਂ। ਆਖਰੀ ਸਵਾਲ ਹੈ ਕਿ ਦਮਨ ਬਾਜਵਾ ਤੇ ਉਹਨਾਂ ਦਾ ਪਰਿਵਾਰ ਜਾਂ ਪਤੀ ਖਾਸ ਕਰਕੇ ਜਾਂ ਫਿਰ ਇੱਥੋਂ ਦੇ ਹਲਕੇ ਦੇ ਲੋਕ ਕੀਤੇ ਹੋਏ ਤੁਹਾਡੇ ਉਹ ਛੋਟੇ ਵੱਡੇ ਕੰਮਾਂ ਨੂੰ, ਉਹ ਪੁਆਇੰਟਸ ਨੂੰ ਜਿਨ੍ਹਾਂ ਨੂੰ ਦੁਬਾਰਾ ਤੁਸੀਂ ਸੁਰਜੀਤ ਕੀਤਾ ਕਿ ਲੱਗਦਾ ਭੁੱਲ ਸਕਦੇ ਨੇ?
ਨਹੀਂ ਬਿਲਕੁਲ ਨਹੀਂ, ਉਹੀ ਤਾਂ ਮੈਂ ਕਿਹਾ, ਮੇਰੇ ਤੋਂ ਟਿਕਟ ਬੇਸ਼ੱਕ ਖੋਲੀ ਹੈ ਪਰ ਮੇਰੇ ਕੰਮ ਤੇ ਮੇਰੀ ਪਹਿਚਾਨ ਇਹ ਮੇਰੇ ਤੋਂ ਕਦੀ ਨਹੀਂ ਖੋ ਸਕਦੇ। ਉਹ ਤਾਂ ਪਰਮਾਤਮਾ ਬਣਾਉਣ ਵਾਲਾ ਹੈ ਤੇ ਪਰਮਾਤਮਾ ਦੇਣ ਵਾਲਾ ਹੈ ਤੇ ਪਰਮਾਤਮਾ ਹੀ ਲੈਣ ਵਾਲਾ ਹੈ। ਲੀਡਰ ਤੁਹਾਨੂੰ ਲੋਕ ਬਣਾਉਂਦੇ ਨੇ, ਅਕਾਲ ਪੁਰਖ ਬਣਾਉਂਦਾ ਹੈ, ਪਾਰਟੀਆਂ ਪਾਰਟੀ ਦੀਆਂ ਟਿਕਟਾਂ ਨਹੀਂ ਬਣਾਉਣੀਆਂ। ਇਸ ਕਰਕੇ ਲੋਕ ਮੇਰੇ ਹੱਕ 'ਚ ਨੇ, ਸੁਨਾਮ ਮੇਰੇ ਹੱਕ 'ਚ ਹੈ, ਮੇਰੇ ਕੰਮ ਮੇਰੇ ਹੱਕ 'ਚ ਨੇ ਤੇ ਬਹੁਤ ਵਧੀਆ ਅਸੀਂ ਅਗਲੀ ਜਿਹੜੀ ਆਪਣੀ ਇਨਿੰਗਸ ਹੈ ਉਹ ਖੇਡਾਂਗੇ। ਬਿਲਕੁਲ, ਧੰਨਵਾਦ। ਪੂਰੀ ਗੱਲਬਾਤ ਕਰਨ ਦਾਮਨ ਬਾਜਵਾ ਜੀ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਹਲਕੇ ਨੂੰ ਸੁਧਾਰਨ ਦੀ, ਸੁਧਾਰਿਆ ਵੀ ਆ। ਮਾੜੇ ਸਮੇਂ ਦੇ ਵਿੱਚ ਫਤਿਹਵੀਰ ਕਾਂਡ ਹੋਇਆ ਜਾਂ ਫਿਰ ਕਰੋਨਾ ਮਹਾਮਾਰੀ ਹੋਈ ਜਾਂ ਫਿਰ ਸਫਾਈ ਸੇਵਕਾਂ ਦੀ ਹੜਤਾਲ ਹੋਈ, ਤਾਂ ਬਿਲਕੁਲ ਗਰਾਊਂਡ ਜ਼ੀਰੋ ਤੇ ਸਵੇਰੇ ਜਾ ਕੇ ਆਪਣੇ ਹਲਕੇ ਨੂੰ ਸਵਾਰਨ ਦਾ ਜਿਹੜਾ ਕੰਮ ਹੈ ਉਹ ਇਸ ਪਰਿਵਾਰ ਵੱਲੋਂ ਕੀਤਾ ਗਿਆ। ਪਰ ਬੇਹੱਦ ਦੁੱਖ ਜ਼ਰੂਰ ਜ਼ਾਹਿਰ ਕੀਤਾ ਜਾ ਰਿਹਾ ਇਸ ਪਰਿਵਾਰ ਵੱਲੋਂ, ਦਾਮਨ ਬਾਜਵਾ ਵੱਲੋਂ, ਕਿਉਂਕਿ ਇਹਨਾਂ ਨੇ ਖੁਦ ਹਲਕੇ ਨੂੰ ਸਵਾਰਿਆ ਸੀ। ਪਰ ਅਫਸੋਸ ਕਿ ਅੱਜ ਇਹਨਾਂ ਦੀ ਹੀ ਟਿਕਟ ਕੱਟ ਦਿੱਤੀ ਜਾਂਦੀ। ਹਾਲਾਂਕਿ ਸੋਚਣਾ ਵੀ ਮੁਸ਼ਕਿਲ ਸੀ ਵਰਕਰਾਂ ਦੇ ਲਈ ਕਿ ਅਜਿਹਾ ਹੋ ਪਾਏਗਾ, ਪਰ ਅਫਸੋਸ ਦੁੱਖ ਹੈ। ਪਰ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਦਾਮਨ ਬਾਜਵਾ ਤੇ ਉਹਨਾਂ ਦਾ ਪਰਿਵਾਰ ਲੈ ਸਕਦਾ ਹੈ। ਸੁਨਾਮ ਤੋਂ ਕੈਮਰਾਮੈਨ ਸਮੀਰ ਤੂਰ ਦੇ ਨਾਲ ਸੁੱਖਾ ਖੇੜੀਵਾਲਾ।